ਸੋ ਜਿਸ ਤਰ੍ਹਾਂ ਕਿ ਸਟੱਡੀ ਵੀਜ਼ਾ ਦੀਆਂ ਐਪਲੀਕੇਸ਼ਨਸ ਦੇ ਉੱਪਰ ਅਸੀਂ ਜਾਣਦੇ ਹਾਂ ਕਿ ਇੰਟਰਵਿਊ ਕਾਲਸ ਆ ਰਹੀਆਂ ਨੇ ਆਫਿਸਰ ਵੱਲੋਂ। ਸੋ ਕਾਫੀ ਸਾਰੀਆਂ ਚੀਜ਼ਾਂ ਨੇ ਜਿਹੜੀਆਂ ਕਿ ਧਿਆਨ 'ਚ ਰੱਖਣ ਵਾਲੀਆਂ ਨੇ, ਸਪੈਸੀਫਿਕਲੀ ਉਹਨਾਂ ਕੈਂਡੀਡੇਟਸ ਵਾਸਤੇ ਜਿਨ੍ਹਾਂ ਦਾ ਆਲਰੇਡੀ ਪਹਿਲਾਂ ਪ੍ਰੀਵੀਅਸਲੀ ਰਿਫਿਊਜ਼ਲ ਸੀ, ਅਗੇਨ ਉਹਨਾਂ ਨੇ ਸਟੱਡੀ ਵੀਜ਼ਾ ਦੀ ਐਪਲੀਕੇਸ਼ਨ ਸਬਮਿਟ ਕੀਤੀ ਹੈ, ਜਾਂ ਜਿਨ੍ਹਾਂ ਨੇ ਇੰਡੀਆ ਤੋਂ ਪੈਕੇਜ ਸਿਸਟਮ ਦੇ ਰਾਹੀਂ ਆਪਣੀਆਂ ਐਪਲੀਕੇਸ਼ਨ ਸਬਮਿਟਡ ਕੀਤੀਆਂ ਨੇ ਬਟ ਉਹਨਾਂ ਨੂੰ ਆਪਣੇ ਥੋੜ੍ਹੇ ਜਿਹੜੇ ਡਾਕੂਮੈਂਟਸ ਨੇ ਉਹਨਾਂ ਦੀ ਐਪਲੀਕੇਸ਼ਨ ਦੇ ਨਾਲ ਸਬਮਿਟ ਕੀਤੇ ਹੋਏ ਉਹਨਾਂ ਦੀ ਕੰਪਲੀਟ ਇਨਫੋਰਮੇਸ਼ਨ ਨਹੀਂ ਹੈ। ਕਿਉਂਕਿ ਜਿਹੜੀਆਂ ਇੰਟਰਵਿਊਜ਼ ਵੀ ਆ ਰਹੀਆਂ ਨੇ ਉਹਨਾਂ ਦਾ ਮੇਨ ਰੀਜ਼ਨ ਜਿਹੜਾ ਹੋ ਸਕਦਾ ਹੈ ਉਹਦੇ ਵਿੱਚ ਆਫਿਸਰ ਦਾ ਸੈਟਿਸਫਾਈਡ ਨਹੀਂ ਹੋਣਾ, ਜਿਹੜੇ ਵੀ ਡਾਕੂਮੈਂਟ ਸਬਮਿਟ ਕੀਤੇ ਗਏ ਨੇ ਐਪਲੀਕੈਂਟ ਵੱਲੋਂ ਉਹਨਾਂ ਦੀ ਇਨਕੰਪਲੀਟ ਇਨਫੋਰਮੇਸ਼ਨ ਜਾਂ ਫਿਰ ਕੁਝ ਫਿਸ਼ੀ ਹੋਣਾ ਜਾਂ ਕੁਝ ਸਸਪੀਸ਼ੀਅਸ ਹੋਣਾ ਕਿ ਜਿਹਦੇ ਵਿੱਚ ਕਿ ਆਫਿਸਰ ਸੈਟਿਸਫਾਈ ਨਹੀਂ ਹੋ ਰਿਹਾ। ਸੋ ਉਹ ਬਿਫੋਰ ਫਾਈਨਲ ਡਿਸੀਜਨ ਪ੍ਰੋਵਾਈਡ ਕਰਨ ਤੋਂ ਤੁਹਾਨੂੰ ਇੱਕ ਚਾਂਸ ਪ੍ਰੋਵਾਈਡ ਕਰ ਰਿਹਾ ਹੈ ਕਿ ਜਿਹਦੇ ਵਿੱਚ ਤੁਸੀਂ ਉਹਨਾਂ ਸਾਰੀਆਂ ਚੀਜ਼ਾਂ ਨੂੰ ਜਿਹੜਾ ਹੈ ਉਹ ਕੰਸੀਡਰ ਕਰਵਾ ਸਕਦੇ ਹੋ ਜਾਂ ਜਸਟੀਫਾਈ ਕਰਵਾ ਸਕਦੇ ਹੋ। ਸੋ ਬੇਸਿਕਲੀ ਕੀ ਜਿਹੜੀ ਮੇਨ ਇਸ਼ੂ ਆ ਰਿਹਾ ਹੈ, ਸੋ ਕਾਫੀ ਰੀਸੈਂਟਲੀ ਅਸੀਂ ਵੀ 1-2 ਐਪਲੀਕੈਂਟਸ ਨੂੰ ਦੇਖਿਆ ਜਿਹੜੇ ਕਿ ਏਅਰਪੋਰਟ ਦੇ ਉੱਪਰ ਆਏ ਜਿਨ੍ਹਾਂ ਦੇ ਕੋਲ ਫੇਕ ਆਇਲਸ ਦਾ ਡਾਕੂਮੈਂਟ ਸੀ ਬਟ ਦੇ ਡਿਡਨਟ ਨਿਊ, ਉਹਨਾਂ ਨੂੰ ਇਸ ਚੀਜ਼ ਦੀ ਇਨਫੋਰਮੇਸ਼ਨ ਨਹੀਂ ਸੀ। ਪੈਕੇਜ ਦੇ ਵਿੱਚ ਐਪਲੀਕੇਸ਼ਨ ਸਬਮਿਟ ਕੀਤੀ ਗਈ ਸੀ। ਸੋ ਐਪਲੀਕੈਂਟ ਜਿਹੜਾ ਹੈ ਉਹਨੂੰ ਵੀ ਡਾਕੂਮੈਂਟਸ ਦੇ ਬਾਰੇ 'ਚ ਇਨਫੋਰਮੇਸ਼ਨ ਨਹੀਂ ਹੁੰਦੀ ਕਈ ਵਾਰੀ। ਸੋ ਤੁਹਾਨੂੰ ਆਪਣੇ ਡਾਕੂਮੈਂਟਸ ਦੀ ਡਿਟੇਲਸ ਹੋਣੀਆਂ ਬਹੁਤ ਜ਼ਰੂਰੀ ਹਨ। ਦੂਸਰੇ ਨੰਬਰ ਦੇ ਉੱਪਰ SOP ਜਿਹੜੀ ਕਿ ਮੇਜਰ ਇੱਕ ਪ੍ਰੋਬਲਮ ਹੈ ਇੰਡੀਆ ਦੇ ਵਿੱਚ। ਮੋਸਟ ਆਫ ਦਾ ਟਾਈਮ ਜਿਹੜਾ ਐਪਲੀਕੈਂਟ ਹੈ ਉਹ ਖੁਦ ਆਪਣੀ ਜਿਹੜੀ ਸਟੇਟਮੈਂਟ ਆਫ ਪਰਪਸ ਜਿਹੜਾ ਰਿਟਨ ਪ੍ਰੋਵਾਈਡ ਨਹੀਂ ਕਰਦਾ। ਸੋ ਇਹ ਇਨਫੋਰਮੇਸ਼ਨ ਜਿਹੜੀ ਹੁੰਦੀ ਹੈ ਏਜੰਟ ਦੇ ਰਾਹੀਂ ਇੱਕ ਸੈਟ ਫਾਰਮੈਟ ਬਣਿਆ ਹੁੰਦਾ ਹੈ ਉਹਦੇ ਰਾਹੀਂ ਪ੍ਰੋਵਾਈਡ ਕੀਤੀ ਗਈ ਹੁੰਦੀ ਹੈ। ਸੋ ਮੇਨਲੀ ਤੁਹਾਨੂੰ ਪਤਾ ਹੋਣਾ ਚਾਹੀਦਾ ਹੈ ਕਿ ਜਿਹੜੇ ਵੀ ਕਾਲਜ ਦੇ ਵਿੱਚ ਤੁਸੀਂ ਆ ਰਹੇ ਹੋ ਕੀ ਰੀਜ਼ਨ ਰਿਹਾ ਕਿ ਤੁਸੀਂ ਉਸ ਕਾਲਜ ਨੂੰ ਚੂਜ਼ ਕਰਕੇ ਉਸ ਕਾਲਜ ਦੇ ਵਿੱਚ ਐਡਮਿਸ਼ਨ ਲੈ ਕੇ ਆ ਰਹੇ ਹੋ, ਜਾਂ ਇੱਕ ਜਿਹੜਾ ਸਪੈਸੀਫਿਕ ਕੋਰਸ ਡਿਪਲੋਮਾ ਜਾਂ ਡਿਗਰੀ ਪ੍ਰੋਗਰਾਮ ਤੁਸੀਂ ਕਰ ਰਹੇ ਹੋ ਇਸ ਕਰਨ ਦੇ ਨਾਲ ਇਹ ਕੀ ਬੈਨੀਫਿਟ ਹੋਏਗਾ, ਜਾਂ ਇਹੀ ਪ੍ਰੋਗਰਾਮ ਕਿਸ ਤਰ੍ਹਾਂ ਰੈਲੀਵੈਂਟ ਹੈ ਤੁਹਾਡੀ ਬੈਕ ਡਿਟੇਲ ਦੇ ਨਾਲ, ਬੈਕ ਜਿਹੜੀ ਤੁਹਾਡੀ ਐਜੂਕੇਸ਼ਨ ਹੈ, ਪ੍ਰੀਵੀਅਸ ਐਜੂਕੇਸ਼ਨ ਹੈ ਉਹਦੇ ਨਾਲ ਕਿਸ ਤਰ੍ਹਾਂ ਰੈਲੀਵੈਂਟ ਹੈ, ਜਾਂ ਫਿਰ ਤੁਹਾਡਾ ਕੈਨੇਡਾ ਦੇ ਵਿੱਚ ਆਉਣ ਦਾ ਹੀ ਮੇਨ ਫੋਕਸ ਜਾਂ ਇੰਟਰਸਟ ਕਿਉਂ ਰਿਹਾ, ਕੀ ਤੁਹਾਡਾ ਫਿਊਚਰ ਸਕੋਪ ਹੋਏਗਾ ਇਹ ਵਾਲੇ ਸਪੈਸੀਫਿਕ ਕੋਰਸ ਨੂੰ ਕੰਪਲੀਟ ਕਰਨ ਤੋਂ ਬਾਅਦ, ਐਂਡ ਤੁਹਾਡੀਆਂ ਜਿਹੜੀਆਂ ਬੈਕ ਹੋਮ ਟਾਈਜ਼ ਨੇ ਉਹਨਾਂ ਨੂੰ ਤੁਸੀਂ ਕਿਸ ਤਰ੍ਹਾਂ ਜਸਟੀਫਾਈ ਕਰੋਗੇ। ਸੋ ਆਪਣੀ ਸਪੈਸੀਫਿਕਲੀ ਜਿਹੜੀ ਸਟੇਟਮੈਂਟ ਆਫ ਪਰਪਸ ਹੈ ਉਹਨੂੰ ਪ੍ਰੋਪਰ ਵੇ ਦੇ ਨਾਲ ਅੰਡਰਸਟੈਂਡ ਕਰਨ ਦੀ ਰਿਕੁਆਇਰਮੈਂਟ ਹੈ ਜੋ ਕਿ 100% ਤੁਹਾਡੀ ਸਿਚੁਏਸ਼ਨ ਦੇ ਉੱਪਰ ਇੰਪਲੀਮੈਂਟ ਕਰਦੀ ਹੋਵੇ। ਅਨਦਰ ਜਿਹੜੀ ਇੰਪੋਰਟੈਂਟ ਥਿੰਗ ਹੈਗੀ ਆ ਉਹ ਇਹ ਹੈ ਕਿ ਕਾਫੀ ਵਾਰੀ ਐਪਲੀਕੈਂਟ ਜਦੋਂ ਆਪਣੀ ਐਜੂਕੇਸ਼ਨ ਹਾਈ ਸਕੂਲ ਜਾਂ ਫਿਰ ਬੈਚਲਰਸ ਦੀ ਡਿਗਰੀ ਕੰਪਲੀਟ ਕਰਦਾ ਹੈ ਤੇ ਉਸ ਤੋਂ ਬਾਅਦ ਸਾਲ ਜਾਂ 2 ਸਾਲ ਦਾ ਗੈਪ ਹੁੰਦਾ ਹੈ। ਸੋ ਮੋਸਟ ਆਫ ਦਾ ਟਾਈਮ ਜਿਹੜੇ ਕਿ ਪਿਛਲੇ 2-3 ਇਅਰਸ ਦੇ ਅਸੀਂ ਟਾਈਮ ਪੀਰੀਅਡ ਨੂੰ ਦੇਖਿਆ ਹੈ, ਉਸ ਟਾਈਮ ਪੀਰੀਅਡ ਦੇ ਵਿੱਚ ਏਜੰਟ ਜਿਹੜਾ ਹੈ ਐਕਸਪੀਰੀਅੰਸ ਪ੍ਰੋਵਾਈਡ ਕਰ ਦਿੰਦਾ ਹੈ। ਐਕਸਪੀਰੀਅੰਸ ਜਸਟ ਇੱਕ ਲੈਟਰ ਹੁੰਦੀ ਹੈ ਜਾਂ ਫਿਰ ਇਨਕੰਪਲੀਟ ਡਾਕੂਮੈਂਟਸ ਦੀ ਫਾਰਮ ਦੇ ਵਿੱਚ ਹੁੰਦਾ ਹੈ ਜਿਹਨੂੰ ਕਿ ਪ੍ਰੋਪਰਲੀ ਜਸਟੀਫਾਈ ਨਹੀਂ ਕੀਤਾ ਗਿਆ ਹੁੰਦਾ। ਸੋ ਆਫਿਸਰ ਤੁਹਾਨੂੰ ਉਸ ਐਕਸਪੀਰੀਅੰਸ ਦੇ ਨਾਲ ਰਿਲੇਟਿਡ ਤੁਹਾਡੇ ਫਰਦਰ ਡਾਕੂਮੈਂਟਸ ਵੀ ਮੰਗ ਸਕਦਾ ਹੈ, ਤੁਹਾਡੇ ਪੇ ਸਟਬਸ ਜਾਂ ਤੁਹਾਡੇ ਕੋਲੋਂ ਫਰਦਰ ਕੰਪਨੀ ਦੀ ਜਿਹੜੀਆਂ ਡਿਟੇਲਸ ਹਨ, ਉਹਦੀ ਵਰਕਿੰਗ ਦੀਆਂ ਡਿਟੇਲਸ ਹਨ, ਜਾਂ ਤੁਹਾਡੀ ਜਿਹੜੀ ਵਰਕਿੰਗ ਉਸ ਕੰਪਨੀ ਦੇ ਵਿੱਚ ਰਹੀ ਉਹਦੇ ਨਾਲ ਰਿਲੇਟਿਡ ਵੀ ਕੁਐਸਚਨਸ ਜਿਹੜੇ ਹੈ ਪੁੱਛ ਸਕਦਾ ਹੈ। ਸੋ ਇਹ ਜਿਹੜੀ ਸਿਚੁਏਸ਼ਨ ਹੈ ਕਿ ਅਗਰ ਤੁਹਾਨੂੰ ਇੰਟਰਵਿਊ ਕਾਲ ਆਉਂਦੀ ਹੈ ਤਾਂ ਦਿਸ ਇਜ਼ ਅ ਸਿਚੁਏਸ਼ਨ ਕਿ ਜਿਹਨੂੰ ਤੁਸੀਂ ਬਹੁਤ ਸਿਸਟਮੈਟਿਕ ਵੇ ਦੇ ਨਾਲ ਰਿਜ਼ੋਲਵ ਕਰਨਾ ਹੈ। ਸੋ ਇਟਸ ਨਾਟ ਟੂ ਬੀ ਪੈਨਿਕ। ਸੋ ਅਗਰ ਇਹਦੇ ਨਾਲ ਰਿਲੇਟਿਡ ਅਗਰ ਤੁਹਾਨੂੰ ਵੀ ਕੋਈ ਅਸਿਸਟੈਂਸ ਚਾਹੀਦੀ ਹੈ ਤਾਂ ਬੈਟਰ ਹੈ ਕਿ ਤੁਸੀਂ ਆਪਣੀ ਸਾਰੀ ਹੋਲ ਜਿਹੜੀ ਫਾਈਲ ਹੈ, ਹੋਲ ਡਾਕੂਮੈਂਟਸ ਜਿਹੜੇ ਹਨ, ਜਿਹੜੀਆਂ ਵੀ ਸਬਮਿਸ਼ਨਸ ਹੋਈਆਂ ਨੇ ਤੁਹਾਡੀ ਸਟੱਡੀ ਵੀਜ਼ਾ ਦੀ ਐਪਲੀਕੇਸ਼ਨ ਦੇ ਨਾਲ, ਉਹਨਾਂ ਨੂੰ ਪ੍ਰੋਪਰਲੀ ਰਿਵਿਊ ਕਰੋ। ਔਰ ਅਗਰ ਇੰਟਰਵਿਊ 'ਚ ਅਪੀਅਰ ਹੋਣ ਤੋਂ ਪਹਿਲਾਂ ਤੁਹਾਨੂੰ ਕਿਸੇ ਗਾਈਡੈਂਸ ਦੀ ਰਿਕੁਆਇਰਮੈਂਟ ਹੈ ਤਾਂ ਉਸ ਗਾਈਡੈਂਸ ਨੂੰ ਜ਼ਰੂਰ ਅਵੇਲ ਕਰੋ। ਥੈਂਕ ਯੂ।